एक दिन पहला श्रोमणी गुरुद्वारा प्रबंधक कमेटी जी कि सिखा के मिनी पार्लीमेंट हाउस वजों जानी जाती है ਉਹਦੇ ਜਨ ਹਾਊਸ 'ਚ ਮਤਾ ਪਾਸ ਕਰਕੇ ਕਿਹਾ ਗਿਆ ਕਿ ਦੇਸ਼ ਅੰਦਰ ਜਿਹੜਾ ਘੱਟ ਗਿਣਤੀਆਂ ਤੇ ਹਮਲੇ ਹੋ ਰਿਹਾ ਹੈ ਵੱਡੀ ਚਿੰਤਾ ਦਾ ਕਾਰਨ ਤਾਂ ਹੈ ਹੀ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਵੀ ਇਹ ਖਤਰਾ ਬਣੀ ਹੋਈ ਨੀਤੀ ਜਿਹੜੀ ਰਾਜਨੀਤੀ ਹੈ ਬੀਜੇਪੀ ਦੀ ਜਾਂ ਕੇਂਦਰੀ ਸਰਕਾਰ ਦੀ ਇਹ ਦੇਸ਼ ਦੇ ਅਖੰਡਤਾ ਲਈ ਇੱਕ ਖਤਰੇ ਦੀ ਘੰਟੀ ਆ। ਅਸੀਂ ਬੜੀ ਦੇਰ ਦੀ ਗੱਲ ਇਹ ਕਹਿ ਰਹੇ ਹਾਂ, ਡੈਮੋਕ੍ਰੈਟਿਕ ਇੰਸਟੀਟਿਊਸ਼ਨ ਆ ਜਿਹਦੇ ਸਿਰ ਤੇ ਸਾਰੀ ਡੈਮੋਕ੍ਰੇਸੀ ਲੋਕਤੰਤਰ ਖੜਾ ਉਸ ਨੂੰ ਬੜੇ ਵੱਡੇ ਪੱਧਰ ਤੇ ਕਮਜ਼ੋਰ ਕੀਤਾ ਜਾ ਰਿਹਾ, ਉਹਦੇ ਤੇ ਰਾਜਨੀਤਿਕ ਗਲਬਾ ਪਾਇਆ ਜਾ ਰਿਹਾ। ਭਾਜਪਾ ਤੇ ਉਹਦੀਆਂ ਹਮਾਇਤੀ ਤਰ੍ਹਾਂ ਕਹਿ ਰਹੀਆਂ ਹੈ ਕਿ ਦੁਨੀਆ ਭਰ 'ਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਜਮਹੂਰੀਅਤ ਦੇ ਦਾਅਵੇਦਾਰ ਬਣਦੇ ਹੈ। ਆਪਾਂ ਕਹਿ ਰਹੇ ਹਾਂ ਕਿ ਜਮਹੂਰੀ ਸੰਸਥਾਵਾਂ ਨੂੰ ਖੋਰਾ ਲੱਗ ਰਿਹਾ ਹੈ। ਭਾਜਪਾ ਬਿਲਕੁਲ ਇਸ ਦੇ ਦੂਜੇ ਪਾਸੇ ਖੜੀ ਹੈ ਇਸ ਮੁੱਦੇ ਤੇ ਜਾ ਕੇ। ਪਿਛਲੇ 5-7 ਸਾਲਾਂ ਦਾ ਜਦੋਂ ਦੀ ਬੀਜੇਪੀ ਆਈ ਆ ਉਹ ਜਿਹੜਾ ਮਾੜਾ ਮੋਟਾ ਲੋਕ ਜ਼ਬਰਦਸਤੀ ਭਰੋਸਾ ਕਰਦੇ ਸੀ ਮਜਬੂਰੀ ਬਸ ਉਹ ਵੀ ਜਾਂਦਾ ਲੱਗਾ। ਇੱਕ ਪਾਸੇ ਡਿਫੈਂਸ ਫੋਰਸਿਸ ਦਾ ਕੇਂਦਰੀਕਰਨ, ਇੱਕ ਪਾਸੇ ਮੋਦੀ ਅਮਿਤ ਸ਼ਾਹ ਦਾ ਰਾਜਨੀਤਿਕ ਕੇਂਦਰੀਕਰਨ, ਇੱਕ ਪਾਸੇ ਅਡਾਨੀ ਅਬਾਨੀ ਦਾ ਆਰਥਿਕ ਤੌਰ ਤੇ ਕੇਂਦਰੀਕਰਨ। ਜਾਣੀ ਜੇ ਇੰਨਾ ਕੇਂਦਰੀਕਰਨ ਹੋ ਜਾਊਗਾ ਕੀ ਡੈਮੋਕ੍ਰੇਸੀ ਚੱਲੂਗੀ? ਇਹ ਠੀਕ ਹੈ ਕਿ ਕਰੋਨਾ ਦੀ ਗੱਲ ਕਰਦੇ ਆ ਆਪਾਂ, ਕੇਂਦਰ ਦੀ ਗੱਲ, ਸਾਰਿਆਂ ਦੇ ਧਾਰਮਿਕ ਅਕੀਦਿਆਂ ਦਾ ਸਤਿਕਾਰ ਜਿਹੜਾ ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਪਰ ਪਿਛਲੇ ਸਮਿਆਂ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਘੱਟ ਗਿਣਤੀਆਂ ਦੀ ਦਾਅਵੇਦਾਰ ਸੀ, ਅੱਜ ਵੀ ਆਪਣੇ ਆਪ ਨੂੰ ਦਾਅਵੇਦਾਰ ਕਹਾਉਂਦੀ ਹੈ। ਜੋ ਉਹਦਾ ਵਰਤਾਰਾ ਰਿਹਾ, ਉਹਦੇ ਵਰਤਾਰੇ ਕਰਕੇ ਜਿਹੜਾ ਉਹਨੇ ਫੈਸਲਾ ਲੈਣ 'ਚ ਦੇਰੀ ਕੀਤੀ, ਕਿਤੇ ਉਹਦੇ ਕਰਕੇ ਵੀ ਲੱਗਦਾ ਹੈ ਕਿ ਜਿਹੜਾ ਇਹਨੂੰ ਠੱਲ ਪੈਣੀ ਚਾਹੀਦੀ ਸੀ ਉਹ ਠੱਲ ਨਹੀਂ ਪਈ। ਹੁਣ ਇਹ ਬੜਾ ਖਤਰਨਾਕ ਆ। ਇਹਦਾ ਮਤਲਬ ਇਹ ਹੋਊਗਾ ਕਿ ਤੁਸੀਂ ਘੱਟ ਗਿਣਤੀ ਦਾ ਬਹੁ ਗਿਣਤੀ ਦਾ ਤੇ ਹਿੰਦੂ ਰਾਸ਼ਟਰ ਦਾ ਏਜੰਡਾ ਲੈ ਕੇ ਆ ਰਹੇ ਆ। ਤੁਸੀਂ ਤਿਰੰਗੇ ਨੂੰ ਪਰਾਂ ਕਰੋਗੇ, ਤੁਸੀਂ ਕਾਂਸਟੀਟਿਊਸ਼ਨ ਨੂੰ ਵੀ ਇੱਕ ਪਾਸੇ ਕਰੋਗੇ। ਇਹ ਕਿਹੋ ਜਿਹੀਆਂ ਅੰਦਰੋਂ ਅੰਦਰੀ ਜਿਹੜੀਆਂ ਚਾਲਾਂ ਜਾਂ ਕਿ ਕਿਹੋ ਜਿਹੀਆਂ ਪਾਲਿਸੀਆਂ ਆ ਰਹੀਆਂ। ਇਹ ਜਿਹੜਾ ਹੋਇਆ ਉੱਥੇ ਕੇਸ ਬਣੇ, ਹੋਰ ਬਣੇ, 22 ਬੰਦਿਆਂ ਤੇ ਕੇਸ ਬਣੇ ਆ। ਮੈਨੂੰ ਲੱਗਦਾ ਕਿ ਇਹੋ ਜਿਹੀ ਚੀਜ਼ ਤੋਂ ਸਾਨੂੰ ਅਵਾਇਡ ਕਰਨਾ ਚਾਹੀਦਾ। ਇਹਦੇ ਨਾਲ ਕੋਈ ਅਸੀਂ ਸਿੱਖੀ ਦਾ ਔਰ ਸਿੱਖ ਜਿਹੜੀ ਮਰਿਆਦਾ ਜਾਂ ਸਿੱਖ ਫਲਸਫਾ ਆ ਉਹਦਾ ਕੋਈ ਬਹੁਤ ਚੰਗਾ ਮੈਸੇਜ ਨਹੀਂ ਦਿੰਦੇ। ਇਹਦੇ ਨਾਲ ਸਾਨੂੰ ਕਾਫੀ ਅਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਹਾਂ। ਆਮੋ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਹਸਤੀ ਜੁੜੀ ਹੈ ਉਹ ਰਾਜਸੀ, ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਵੱਖਰੇ ਤੌਰ ਤੇ ਇੱਕ ਵਿਲੱਖਣ ਪਹਿਚਾਣ ਤਾਂ ਰੱਖਦੀ ਹੈ, ਪਰ ਦਰਸ਼ਕਾਂ ਦਾ ਇੱਕ ਜਾਣਿਆ ਪਹਿਚਾਣਿਆ ਚਿਹਰਾ ਪ੍ਰੋਫੈਸਰ ਮਨਜੀਤ ਸਿੰਘ, ਜਿਵੇਂ ਉਹਨਾਂ ਦੀ ਜਾਣ ਪਛਾਣ ਇੱਕ ਲਾਈਨ ਦੇ ਚੁਕਰਾਵਾਂ ਦਾ ਫਕਰ ਸੁਭਾਅ ਅਤੇ ਦ੍ਰਿੜ ਇਰਾਦੇ ਦੇ ਮਾਲਿਕ। ਪ੍ਰੈਸਾਂ ਨਾਲ ਆਪਾਂ ਦੇਸ਼ ਅੰਦਰ ਜਿਹੜਾ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ ਹੈ ਤੇ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਕਿੱਦਾਂ ਇੱਕ ਟਕਰਾਅ ਦੀ ਨੀਤੀ ਅਪਣਾਈ ਹੋਈ ਹੈ, ਇਹਨਾਂ ਸਾਰੇ ਮੁੱਦਿਆਂ ਤੇ ਲਵਾਂਗੇ ਸਵਾਲ। ਪ੍ਰੋਫੈਸਰ ਮਨਜੀਤ ਸਿੰਘ ਜੀ, ਸਾਡੇ ਪੈਨਲ ਤੇ ਚੈਨਲ ਤੇ ਆਉਣ ਲਈ ਮੇਰੇ ਦਰਸ਼ਕਾਂ ਵੱਲੋਂ, ਮੇਰੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ। ਪ੍ਰੈਸ ਸਾਹਿਬ, ਇੱਕ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੇ ਮਿੰਨੀ ਪਾਰਲੀਮੈਂਟ ਹਾਊਸ ਵਜੋਂ ਜਾਣੀ ਜਾਂਦੀ ਹੈ, ਉਹਦੇ ਜਨ ਹਾਊਸ 'ਚ ਮਤਾ ਪਾਸ ਕਰਕੇ ਕਿਹਾ ਗਿਆ ਕਿ ਦੇਸ਼ ਅੰਦਰ ਜਿਹੜਾ ਘੱਟ ਗਿਣਤੀਆਂ ਤੇ ਹਮਲੇ ਹੋ ਰਿਹਾ ਹੈ ਵੱਡੀ ਚਿੰਤਾ ਦਾ ਕਾਰਨ ਤਾਂ ਹੈ ਹੀ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਵੀ ਇਹ ਖਤਰਾ ਬਣੀ ਹੋਈ ਨੀਤੀ। ਕਿਵੇਂ ਦੇਖਦੇ ਹੋ ਇਸ ਮੁੱਦੇ ਦੇ? ਕਿਉਂਕਿ ਐਸਜੀਪੀਸੀ ਵੱਲੋਂ ਮਤਾ ਪਾਸ ਕਰਨਾ ਆਪਣੇ ਆਪ 'ਚ ਇੱਕ ਵੱਡਾ ਮੁੱਦਾ ਹੈ, ਜਿਸ ਮੁੱਦੇ ਤੇ ਮਤਾ ਕੀਤਾ ਗਿਆ। ਜੀ ਪ੍ਰੈਸ ਸਾਹਿਬ। ਹਾਂ ਸਿੱਧੂ ਸਾਹਿਬ, ਇਹ ਤਾਂ ਬੜੀ ਸਾਫ਼ ਗੱਲ ਆ ਕਿ ਦੇਸ਼ ਦੇ ਅੰਦਰ ਕਈ ਕਿਸਮ ਦਾ ਧਰੁਵੀਕਰਨ, ਜਾਤੀਗਤ ਧਰੁਵੀਕਰਨ ਤੇ ਧਾਰਮਿਕ ਤੌਰ ਤੇ ਘੱਟ ਗਿਣਤੀ ਤੇ ਬਹੁ ਗਿਣਤੀ ਵਿਚਾਲੇ ਧਰੁਵੀਕਰਨ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਗੱਲ ਦੀ ਚਿੰਤਾ ਪ੍ਰਗਟ ਕੀਤੀ ਹੈ ਇਸ ਰੈਜ਼ੋਲੂਸ਼ਨ 'ਚ ਵੀ, ਔਰ ਉਸ ਦੇ ਬਾਅਦ ਜਿਹੜੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਤੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਜਿਹੜੀ ਰਾਜਨੀਤੀ ਹੈ ਬੀਜੇਪੀ ਦੀ ਜਾਂ ਕੇਂਦਰੀ ਸਰਕਾਰ ਦੀ ਇਹ ਦੇਸ਼ ਦੇ ਅਖੰਡਤਾ ਲਈ ਇੱਕ ਖਤਰੇ ਦੀ ਘੰਟੀ ਆ। ਅਸੀਂ ਬੜੀ ਦੇਰ ਦੀ ਗੱਲ ਇਹ ਕਹਿ ਰਹੇ ਹਾਂ, ਔਰ ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਦੇ ਲਗਾਤਾਰ ਜਿਹੋ ਜਿਹੇ ਵੀ ਬਿਆਨ ਆਉਂਦੇ ਰਹਿੰਦੇ ਉਹ ਕਾਫੀ ਸੂਝ-ਬੂਝ ਵਾਲੇ ਬਿਆਨ ਹੁੰਦੇ ਆ, ਬੜੇ ਮੈਚਿਓਰ, ਹਰ ਕੋਈ ਉਸ ਨੂੰ ਸੀਰੀਅਸਲੀ ਲੈਂਦਾ। ਮੈਂ ਵੀ ਬੜੇ ਧਿਆਨ ਨਾਲ ਪੜ੍ਹਿਆ। ਕੱਲਾ ਉਹਨਾਂ ਨੇ ਇੰਨਾ ਹੀ ਨਹੀਂ ਕਿਹਾ, ਉਹਨਾਂ ਨੇ ਇਹ ਵੀ ਕਿਹਾ ਕਿ ਕਿਸ ਢੰਗ ਦੇ ਨਾਲ
ਅੜੀਅਲ ਵਤੀਰੇ ਦੇ ਨਾਲ ਜਿਹੜਾ ਕਿਸਾਨਾਂ ਦੀ ਹਿੱਤ ਆ ਉਹਨਾਂ ਨੂੰ ਕੰਪਰੋਮਾਈਜ਼ ਕੀਤਾ ਜਾ ਰਿਹਾ, ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਜਿਹੜੀ ਹੋਰ ਅਗਲੀ ਗੱਲ ਕਹੀ ਉਹ ਬੜੀ ਇੰਪੋਰਟੈਂਟ ਆ ਕਿ ਜੋ ਇੱਥੇ ਸਾਡੇ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਆ, ਜਿਹਦੇ ਸਿਰ ਤੇ ਸਾਰੀ ਡੈਮੋਕ੍ਰੇਸੀ ਲੋਕਤੰਤਰ ਖੜਾ, ਉਸ ਨੂੰ ਬੜੇ ਵੱਡੇ ਪੱਧਰ ਤੇ ਕਮਜ਼ੋਰ ਕੀਤਾ ਜਾ ਰਿਹਾ, ਉਹਦੇ ਤੇ ਰਾਜਨੀਤਿਕ ਗਲਬਾ ਪਾਇਆ ਜਾ ਰਿਹਾ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦਾ ਨਾਂ ਲਿਆ, ਉਹਨਾਂ ਨੇ ਸਾਡੇ ਕੋਰਟ ਕਚਹਿਰੀਆਂ ਦਾ ਨਾਂ ਲਿਆ, ਇਸੇ ਤਰੀਕੇ ਨਾਲ ਬਿਊਰੋਕਰੇਸੀ ਦਾ ਲਿਆ। ਮੈਂ ਤੇ ਕਹੂੰਗਾ ਕਿ ਦੇਖਿਆ ਜਾਵੇ ਤੇ ਜਿਹੜੀਆਂ ਸਾਡੀਆਂ ਡਿਫੈਂਸ ਫੋਰਸਿਸ ਆ, ਤਿੰਨਾਂ ਫੋਰਸਿਸ ਦੇ ਇੱਕ ਹੈੱਡ ਨੂੰ ਲਾ ਦੇਣਾ, ਉਹ ਵੀ ਇੱਕ ਆਪਣੇ ਤੌਰ ਤੇ ਜਿਹਨੂੰ CSD ਜਿਹੜਾ ਕਾਮਨ ਜਿਹੜਾ ਉਹਨਾਂ ਦਾ ਲਾਤਾ, ਜਿਸ ਤਰ੍ਹਾਂ ਬਿਪਿਨ ਰਾਵਤ ਜੀ ਨੂੰ ਲਾਇਆ ਡਿਫੈਂਸ ਫੋਰਸਿਸ ਦਾ ਜਿਹੜਾ ਹੈੱਡ ਲਾਇਆ, ਉਹਦੇ ਕਰਕੇ ਸਿੱਧੂ ਸਾਹਿਬ ਇੱਕ ਇੰਜ ਨਹੀਂ ਲੱਗਦਾ ਕਿ ਤੁਹਾਨੂੰ ਜਿਵੇਂ ਇੱਕ ਪਾਸੇ ਡਿਫੈਂਸ ਫੋਰਸਿਸ ਦਾ ਕੇਂਦਰੀਕਰਨ, ਇੱਕ ਪਾਸੇ ਮੋਦੀ ਅਮਿਤ ਸ਼ਾਹ ਦਾ ਰਾਜਨੀਤਿਕ ਕੇਂਦਰੀਕਰਨ, ਇੱਕ ਪਾਸੇ ਅਡਾਨੀ ਅੰਬਾਨੀ ਦਾ ਅਡਾਨੀ ਅੰਬਾਨੀ ਦਾ ਆਰਥਿਕ ਤੌਰ ਤੇ ਕੇਂਦਰੀਕਰਨ, ਜਾਣੀ ਜੇ ਇੰਨਾ ਕੇਂਦਰੀਕਰਨ ਹੋ ਜਾਊਗਾ ਕੀ ਡੈਮੋਕ੍ਰੇਸੀ ਚੱਲੂਗੀ? ਕੋਈ ਇਹਨਾਂ ਦੇ ਅੱਗੇ ਭਾਵੇਂ ਕੈਬਨਿਟ ਹੋਵੇ, ਭਾਵੇਂ ਪਾਰਟੀ ਹੋਵੇ, ਕੋਈ ਵੀ ਹੋਵੇ, ਕੋਈ ਇਹਨਾਂ ਅੱਗੇ ਚੂੰ ਕਰਨ ਦੀ ਜੁਰਤ ਕਰੂਗਾ? ਇਹ ਖਤਰੇ ਤੋਂ ਸਾਰਿਆਂ ਤੋਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਬਿਲਕੁਲ ਅਵਗਤ ਆ, ਅਸੀਂ ਵੀ ਹੈਗੇ ਆ। ਸਵਾਲ ਇੰਨਾ ਹੀ ਹੈ ਕਿ ਇਸ ਦਾ ਮੁਕਾਬਲਾ ਕਿਵੇਂ ਕਰਨਾ। ਇਹ ਇੱਕ ਆਪਣੇ ਆਪ 'ਚ ਬਹੁਤ ਗੁੰਝਲਦਾਰ ਪੇਚੀਦਾ ਮਾਮਲਾ ਔਰ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਹਾਂਜੀ ਜੀ ਪ੍ਰੈਸਾ ਜਿਹੜਾ ਕਿ ਚਿੰਤਾ ਦਾ ਮਾਮਲਾ ਤੇ ਗੁੰਝਲਦਾਰ ਮਾਮਲਾ ਜਿੱਦਾਂ ਤੁਸੀਂ ਕਹਿ ਰਹੇ ਹੋ ਤਾਂ ਹੈ ਹੀ ਹੈ, ਪਰ ਭਾਜਪਾ ਤੇ ਉਸਦੀਆਂ ਹਮਾਇਤੀ ਤਰ੍ਹਾਂ ਕਹਿ ਰਹੀਆਂ ਹੈ ਕਿ ਦੁਨੀਆ ਭਰ 'ਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਜਮਹੂਰੀਅਤ ਦੇ ਦਾਅਵੇਦਾਰ ਬਣਦੇ ਹੈ। ਆਪਾਂ ਕਹਿ ਰਹੇ ਹਾਂ ਕਿ ਜਮਹੂਰੀ ਸੰਸਥਾਵਾਂ ਨੂੰ ਖੋਰਾ ਲੱਗ ਰਿਹਾ ਹੈ। ਭਾਜਪਾ ਬਿਲਕੁਲ ਇਸ ਦੇ ਦੂਜੇ ਪਾਸੇ ਖੜੀ ਹੈ ਇਸ ਮੁੱਦੇ ਤੇ ਜਾ ਕੇ। ਨਹੀਂ, ਉਹਨਾਂ ਦਾ ਬੜਾ ਸਾਥ ਹੈ। ਦੇਖੋ, ਇਹ ਬੜੀ ਅਫਸੋਸ ਦੀ ਗੱਲ ਆ ਕਿ ਵੈਸੇ ਤੇ ਪਹਿਲਾਂ ਵੀ ਰਾਜਨੀਤਿਕ ਲੋਕਾਂ ਤੇ ਜਾਂ ਗੌਰਮੈਂਟਾਂ ਤੇ ਲੋਕਾਂ ਦਾ ਬਹੁਤਾ ਭਰੋਸਾ ਨਹੀਂ ਸੀ। ਆ ਪਿਛਲੇ 5-7 ਸਾਲਾਂ ਦਾ ਜਦੋਂ ਦੀ BJP ਆਈ ਆ, ਉਹ ਜਿਹੜਾ ਮਾੜਾ ਮੋਟਾ ਲੋਕ ਜ਼ਬਰਦਸਤੀ ਭਰੋਸਾ ਕਰਦੇ ਸੀ ਮਜਬੂਰੀ ਬਸ, ਉਹ ਵੀ ਜਾਂਦਾ ਲੱਗਾ। ਉਹਦਾ ਕਾਰਨ ਇਹ ਹੈ ਕਿ ਇੱਥੇ ਸੁਦਾ ਝੂਠ ਬੋਲਿਆ ਜਾ ਰਿਹਾ, ਸੁਦਾ ਧੋਖਾ ਕੀਤਾ ਜਾ ਰਿਹਾ। ਕਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ? ਵੀ ਡੈਮੋਕ੍ਰੇਸੀ ਦਾ ਵੋਟਾਂ ਪਾ ਲੈਣੀਆਂ ਡੈਮੋਕ੍ਰੇਸੀ ਹੋ ਜਾਂਦੀ ਹੈ। ਡੈਮੋਕ੍ਰੇਸੀ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਸਿਟੀਜ਼ਨਰੀ ਆ, ਜਿਹੜੇ ਤੁਹਾਡੇ ਦੇਸ਼ ਦੇ ਵਸਿੰਦੇ ਹੈਗੇ, ਉਹ ਬੜੇ ਮਜ਼ਬੂਤ ਹੈਗੇ, ਉਹ ਬੜੇ ਸੂਝਵਾਨ ਆ, ਉਹ ਪੜ੍ਹੇ ਲਿਖੇ ਆ, ਉਹ ਸਿਹਤਮੰਦ ਆ, ਉਹ ਤਰਕ ਦੇ ਨਾਲ ਗੱਲ ਕਰ ਸਕਦੇ ਆ, ਮੈਰਿਟ ਤੇ ਆਪਣੀ ਵੋਟ ਪਾ ਸਕਦੇ ਆ। ਜੇ ਕੋਈ ਨਹੀਂ ਕੰਮ ਕਰਦਾ ਉਹਨੂੰ ਥੱਲੇ ਖਿੱਚ ਕੇ ਵਾਪਸ ਵੀ ਬੁਲਾ ਸਕਦੇ ਆ। ਇਹ ਜਦੋਂ ਸਿਵਲ ਸੁਸਾਇਟੀ ਹੀ ਐਡੀ ਸਾਡੀ ਤਕੜੀ ਨਹੀਂ ਹੋਈ ਔਰ ਜਾਣਬੁੱਝ ਕੇ ਨਹੀਂ ਹੋਣ ਦਿੱਤਾ ਗਿਆ। ਇੱਕ ਤੇ ਰੱਬੋਂ ਮਾਰ ਸੀ ਸਾਡੇ ਜਿਹੜਾ ਹਿੰਦੂ ਰਾਸ਼ਟਰ ਦੀਆਂ ਹੁਣ ਬੜੀਆਂ ਉੱਚੀਆਂ ਉੱਚੀਆਂ ਡੀਂਗਾਂ ਮਾਰੀਆਂ ਜਾਂਦੀਆਂ, ਉਸ ਰਾਸ਼ਟਰ ਦੇ ਕਰਕੇ, ਉਸ ਸਮਾਜ ਤੇ ਉਸ ਪ੍ਰਥਾ ਕਰਕੇ ਸਾਡੇ ਵੈਸੇ ਹੀ ਲੋਕਾਂ ਨੂੰ ਜਾਤੀਗਤ ਤਰੀਕੇ ਨਾਲ ਇੰਨੀਆਂ ਵੰਡੀਆਂ ਪਾਈਆਂ। 6000 ਤੋਂ ਉੱਪਰ ਜਾਤਾਂ ਇੱਥੇ, ਜਾਣੀ ਉਹ ਜਾਤਾਂ ਦੇ ਵਿੱਚ ਇੰਨਾ ਵੰਡਿਆ, ਸਮਾਜ ਨੂੰ ਹਮੇਸ਼ਾ ਕਮਜ਼ੋਰ ਰੱਖਿਆ। ਚਲੋ ਉਹ ਤੇ ਅਜੇ ਹਾਂਜੀ, ਉਹ ਤੇ ਹਿਸਟਰੀ ਦਾ ਪਾਰਟ ਹੈ ਹੀ ਹੈ। ਹਾਂਜੀ ਜੀ ਤੇ ਜੀ ਪ੍ਰੈਸਾ ਬਿਲਕੁਲ ਜਿਹੜਾ ਪਿਛੋਕੜ ਦੀ ਜਦੋਂ ਗੱਲ ਕਰਦੇ ਆ ਉਹ ਤਾਂ ਹੈ ਹੀ ਹੈ। ਜੋ ਕੁਝ ਪਿਛੋਕੜ ਅਸੀਂ ਆਪਣੇ ਨਾਲ ਲੈ ਕੇ ਆ ਰਹੇ ਹਾਂ, ਚੱਲ ਰਹੇ ਹਾਂ, ਪਰ ਜਿਹੜਾ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਨੂੰ ਲੱਗਦਾ ਹੈ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਉਹਨਾਂ ਦੇ ਧਾਰਮਿਕ ਅਕੀਦਿਆਂ ਦੇ ਅੰਦਰ, ਉਹਨਾਂ ਦੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਕੁਝ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ। ਜੇ ਆਪਾਂ ਹਜ਼ੂਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਹੋਲਾ ਮਹੱਲੇ ਦੇ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਡਾ ਆਪਣਾ ਪਵਿੱਤਰ ਦਿਹਾੜਾ ਹੈ, ਇਸ ਮੌਕੇ ਦੇ ਉੱਤੇ ਅਸੀਂ ਜਲੂਸ ਕੱਢਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਦੇ ਪਾਬੰਦੀਆਂ ਲਾਈਆਂ ਗਈਆਂ, ਟਕਰਾਅ ਹੋਇਆ, FIR ਦਰਜ ਹੋਈ, ਜਾਣੀ ਕਿਸ ਤਰ੍ਹਾਂ ਸਾਰੀ ਸਥਿਤੀ ਗੁੰਝਲਦਾਰ ਬਣ ਜਾਂਦੀ ਹੈ। ਤੇ ਉਸ ਤੋਂ ਅੱਗੇ ਮੀਡੀਆ 'ਚ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਦੇਸ਼ ਦੇ ਅੰਦਰ ਕੋਈ ਬਹੁਤ ਵੱਡਾ ਹਮਲਾ, ਬਹੁਤ ਵੱਡਾ ਖਤਰਾ ਖੜਿਆ ਹੋ ਗਿਆ। ਇਹਦੇ ਨਾਲ ਇੱਕ ਨਫ਼ਰਤ ਦੀ ਜਿਹੜੀ ਲਹਿਰ ਹੈ ਉਹ ਪਨਪ ਰਹੀ ਹੈ ਦੇਸ਼ ਦੇ ਅੰਦਰ। ਕਿਵੇਂ ਦੇਖ ਰਹੇ ਹੋ ਪ੍ਰੈਸਾ ਨੂੰ? ਸਿੱਧੂ ਸਾਹਿਬ ਦੋ ਗੱਲਾਂ ਨੂੰ ਮੈਂ ਅਲੱਗ-ਅਲੱਗ ਕਰਕੇ ਦੇਖੂੰਗਾ। ਇੱਕ ਹੈਗਾ ਆ ਕਿ ਕਰੋਨਾ ਦਾ ਜਿਹੜਾ ਕੋਈ ਨਾ ਕੋਈ ਪ੍ਰਕੋਪ ਜਿਹੜਾ ਇੱਥੇ ਬੜਾ ਲੋਕਾਂ ਤੇ ਕਰੋਨਾ ਦਾ ਡਰ ਪੈ, ਇੱਕ ਕਹਿ ਰਿਹਾ ਦੂਜੀ ਵੇਵ ਆ ਗਈ, ਇਹ ਆ ਗਿਆ, ਲਾ। ਦੂਜਾ ਆ ਕਰੋਨਾ ਨੂੰ ਹੈਂਡਲ ਕਿਵੇਂ ਕਰਨਾ। ਹੁਣ ਲੋਕ ਇਹ ਚੀਜ਼ ਨਹੀਂ ਸਮਝ ਆਉਂਦੀ ਕਿ ਜੇ ਤੇ ਤੁਸੀਂ ਕੁੰਭ ਦੇ ਮੇਲੇ ਦੇ ਵਿੱਚ ਸਾਧੂ ਸੰਤਾਂ ਨੂੰ ਇਕੱਠੇ ਕਰਨਾ ਤੇ ਉਹ ਲੱਖਾਂ ਦੀ ਗਿਣਤੀ 'ਚ ਉੱਥੇ ਇਸ਼ਨਾਨ ਕਰ ਸਕਦੇ, ਇਕੱਠੇ ਹੋ ਸਕਦੇ। ਉੱਥੇ ਕਰੋਨਾ ਭੱਜ ਜਾਂਦਾ, ਪਤਾ ਨਹੀਂ ਗੰਗਾ ਜਲ ਕਰਕੇ ਭੱਜ ਜਾਂਦਾ, ਕਿਸ ਤਰ੍ਹਾਂ ਭੱਜ ਜਾਂਦਾ, ਜਾਂ ਕੋਈ ਤਰਸ਼ੂਲ ਨੂੰ ਦੇਖ ਕੇ ਡਰ ਕੇ ਭੱਜ ਜਾਂਦਾ ਤੇ ਤਲਵਾਰ ਨੂੰ ਦੇਖ ਕੇ ਨਹੀਂ ਡਰਦਾ। ਕੋਈ ਨਾ ਕੋਈ ਗੱਲ ਤੇ ਹੈਗੀ, ਉੱਥੇ ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਬੰਦਿਸ਼ ਨਹੀਂ ਹੈ।
ਜੇ ਕਰਤਾਰਪੁਰ ਜਾਣਾ ਤਾਂ ਫਿਰ ਉੱਥੇ ਦਿੱਕਤ ਹੈਗੀ ਆ ਵੀ ਨਾ ਨਾ ਪਾਕਿਸਤਾਨੀ ਕਰੋਨਾ ਜਿਹੜਾ ਉਹ ਬੜਾ ਜ਼ਬਰਦਸਤ ਆ, ਉਹ ਇਹੋ ਜਿਹਾ ਡੰਗ ਮਾਰਦਾ ਕਿ ਦੱਸਿਆ ਉਹਦਾ ਉੱਠਦਾ ਨਹੀਂ ਹੈਗਾ, ਇਹੋ ਜਿਹੀਆਂ ਗੱਲਾਂ ਕਰਨੀਆਂ। ਤੇ ਕਰਤਾਰਪੁਰ ਨਹੀਂ ਜਾ ਸਕਦੇ ਤੁਸੀਂ, ਨਨਕਾਣਾ ਸਾਹਿਬ ਵੀ ਦਰਸ਼ਨ ਕਰਨ ਨਹੀਂ ਜਾ ਸਕਦੇ ਕਿਉਂਕਿ ਉੱਥੇ ਕਰੋਨਾ। ਜੇ ਤੁਸੀਂ ਰੈਲੀਆਂ ਕਰਨੀਆਂ ਪੋਲੀਟੀਕਲ ਪਾਰਟੀਆਂ ਨੇ, ਉਹੀ ਲੀਡਰ ਜਿਹੜੇ ਤੁਹਾਨੂੰ ਕਰੋਨਾ ਦੱਸ ਕੇ ਪਾਕਿਸਤਾਨ ਨਹੀਂ ਜਾਣ ਦੇ ਰਹੇ ਜਾਂ ਆਪਣਾ ਕੋਈ ਧਾਰਮਿਕ ਇਕੱਠ ਵੱਠ ਨਹੀਂ ਕਰਨ ਦੇ ਰਹੇ। ਹੋਲੇ ਮਹੱਲੇ ਤੇ ਵੀ ਇਹੀ ਪ੍ਰੋਬਲਮ ਸੀ, ਕਹਿੰਦੇ ਸੀ ਨਹੀਂ ਕਰਨ ਦੇਣਾ। ਉਹ ਤੇ ਚਲੋ ਕੈਪਟਨ ਤੇ ਕਿਸੇ ਨਾ ਕਿਸੇ ਕਿਸਮ ਦਾ ਲੋਕਾਂ ਨੇ ਜੋ ਵੀ ਕੀਤਾ, ਕੈਪਟਨ ਨੂੰ ਲੱਗਾ ਕਿ ਅੱਗੇ ਚੋਣਾਂ ਆਉਣੀਆਂ, ਇਹਦੀ ਕੀਮਤ ਬੜੀ ਭਾਰੀ ਤਾਰਨੀ ਪੈ ਸਕਦੀ ਹੈ, ਤੇ ਉਹਨੇ ਅਲਾਉ ਕਰਤਾ। ਜੀ ਮੈਂ ਚੰਗੇ ਮਾੜੇ ਦੇ ਮੈਰਿਟ 'ਚ ਨਹੀਂ ਜਾ ਰਿਹਾ। ਸਵਾਲ ਇਹ ਹੈ ਕਿ ਜਿਹੜੀ ਸੈਂਟਰ ਦੀ ਗੌਰਮੈਂਟ ਵੱਲੋਂ ਪੰਜਾਬ ਗੌਰਮੈਂਟ ਨੂੰ ਹੁਣ ਕੋਸਿਆ ਜਾ ਰਿਹਾ ਕਿ ਤੁਸੀਂ ਕਰਦੇ ਕੀ ਆ, ਇਹਨਾਂ ਨੂੰ ਡਾਂਟ ਪਈ ਹੈ ਕਿ ਤੁਸੀਂ ਆਪਣੇ ਇੱਥੇ ਕੰਟਰੋਲ ਨਹੀਂ ਕਰ ਪਾ ਰਹੇ। ਕਾਰਨ ਮੈਂ ਹੁਣ ਮੋਟੇ ਤੌਰ ਤੇ ਲੋਕਾਂ ਦਾ ਭਰੋਸਾ ਇਸੇ ਕਰਕੇ ਸਰਕਾਰਾਂ ਤੇ ਨਹੀਂ ਕਿ ਜੇ ਤੇ ਇਹਨਾਂ ਨੇ ਪੱਛਮੀ ਬੰਗਾਲ, ਅਸਾਮ, ਕੇਰਲਾ, ਸਾਰੀ ਜਗ੍ਹਾ ਤਾਮਿਲਨਾਡੂ 'ਚ ਵੱਡੀਆਂ ਵੱਡੀਆਂ ਰੈਲੀਆਂ ਮੋਦੀ ਜੀ ਨੇ ਕਰਨੀਆਂ, ਹੁਣ ਫਿਰ ਕਰੋਨਾ ਨਹੀਂ ਹੈ। ਮੈਂ ਪੱਛਮੀ ਬੰਗਾਲ 'ਚ ਆਪ ਜਾ ਕੇ ਆਇਆ, ਉੱਥੇ ਕੋਈ ਕਿਸੇ ਨੇ ਮਾਸਕ ਨਹੀਂ ਪਹਿਨਿਆ ਹੋਇਆ, ਐਵੇਂ 5-7% ਲੋਕਾਂ ਨੇ ਮਾਸਕ ਪਹਿਨਿਆ ਹੋਊਗਾ, ਬਾਕੀ ਸਾਰੇ ਉਂਝ ਹੀ ਦੰਡ ਦਣਾਉਂਦੇ ਪਏ। ਜੀ ਪ੍ਰਸਾਦ ਤੇ ਓਕੇ ਪ੍ਰਸਾਦ ਜਦੋਂ ਹਾਂਜੀ ਹਾਂਜੀ ਕਰੋ ਜੀ ਸਰ, ਇਸ ਮੁੱਦੇ ਤੇ ਜਦੋਂ ਆਪਾਂ ਪੰਜਾਬ ਦੇ ਮੁੱਦੇ ਤੇ ਵਾਪਸ ਆ ਕੇ ਜਦੋਂ ਗੱਲ ਕਰ ਰਹੇ ਹਾਂ, ਇਹ ਠੀਕ ਹੈ ਕਿ ਕਰੋਨਾ ਦੀ ਗੱਲ ਕਰਦੇ ਆ ਆਪਾਂ, ਕੇਂਦਰ ਦੀ ਗੱਲ, ਸਾਰਿਆਂ ਦੇ ਧਾਰਮਿਕ ਅਕੀਦਿਆਂ ਦਾ ਸਤਿਕਾਰ ਜਿਹੜਾ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਪਰ ਪਿਛਲੇ ਸਮਿਆਂ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਘੱਟ ਗਿਣਤੀਆਂ ਦੀ ਦਾਅਵੇਦਾਰ ਸੀ, ਅੱਜ ਵੀ ਆਪਣੇ ਆਪ ਨੂੰ ਦਾਅਵੇਦਾਰ ਕਹਾਉਂਦੀ ਹੈ। ਜੋ ਉਹਦਾ ਵਰਤਾਰਾ ਰਿਹਾ, ਉਹਦੇ ਵਰਤਾਰੇ ਕਰਕੇ ਜਿਹੜਾ ਉਹਨੇ ਫੈਸਲਾ ਲੈਣ 'ਚ ਦੇਰੀ ਕੀਤੀ, ਕਿਤੇ ਉਹਦੇ ਕਰਕੇ ਵੀ ਲੱਗਦਾ ਹੈ ਕਿ ਜਿਹੜਾ ਇਹਨੂੰ ਠੱਲ ਪੈਣੀ ਚਾਹੀਦੀ ਸੀ, ਉਹ ਠੱਲ ਨਹੀਂ ਪਈ। ਹੁਣ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਗੱਲ ਕਰ ਲਈਏ, ਦੂਜੇ ਮੁੱਦਿਆਂ ਤੇ ਗੱਲ ਕਰ ਲਈਏ, ਦੇਖੋ ਕਿਸ ਤਰ੍ਹਾਂ ਮਾਮਲੇ ਸਾਲਾਂ ਬੱਧੀ ਉਸੇ ਤਰੀਕੇ ਨਾਲ ਲਟਕਦੇ ਆ ਰਿਹਾ। ਸਵਾਲ ਕੇਵਲ ਕੇਂਦਰ ਦਾ ਨਹੀਂ, ਅਸੀਂ ਆਪਣੇ ਘਰ ਦੇ ਅੰਦਰ ਵੀ ਜਿਹੜੀ ਘੱਟ ਗਿਣਤੀਆਂ ਦੀ ਦਾਅਵੇਦਾਰ ਜਮਾਤ ਸੀ, ਰਾਜਸੀ ਧਿਰ ਸੀ, ਉਹਦੇ ਵੀ ਪੈਰ ਕਿਤੇ ਡਗਮਗਾ ਗਏ ਹੈ। ਨਹੀਂ ਠੀਕ ਹੈ, ਉਹ ਸਾਡੇ ਘਰੇਲੂ ਆਪਸੀ ਮਾਮਲੇ ਬਹੁਤ ਕਮਜ਼ੋਰੀਆਂ, ਬਹੁਤ ਸੁਧਾਰ ਕਰਨ ਵਾਲੇ ਹੈਗੇ, ਪਰ ਤੁਸੀਂ ਉਹਨਾਂ ਨੂੰ ਮੌਕਾ ਦੇਣ ਲਈ, ਸੁਧਾਰ ਦਾ ਮੌਕਾ ਦੇਣ ਲਈ ਸਗੋਂ ਤੁਸੀਂ ਹੋਰ ਦੂਜੇ ਪਾਸਿਓਂ ਧਰੂਵੀਕਰਨ ਕਰਕੇ ਜਿਹੜਾ ਸ਼ਬਦ ਵਰਤਿਆ ਆ ਸਾਡੇ ਜਥੇਦਾਰ ਸਾਹਿਬ ਨੇ, ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਕਿਹਾ ਕਿ ਧਰੂਵੀਕਰਨ ਕੀਤਾ ਜਾ ਰਿਹਾ। ਇਹ ਬੜਾ ਖਤਰਨਾਕ ਆ। ਇਹਦਾ ਮਤਲਬ ਇਹ ਹੋਊਗਾ ਕਿ ਤੁਸੀਂ ਘੱਟ ਗਿਣਤੀ ਦਾ, ਬਹੁ ਗਿਣਤੀ ਦਾ, ਤੇ ਇੱਥੇ ਹਿੰਦੂ ਰਾਸ਼ਟਰ ਦਾ ਏਜੰਡਾ ਲੈ ਕੇ ਆ ਰਹੇ ਆ। ਤੁਸੀਂ ਤਿਰੰਗੇ ਨੂੰ ਪਰਾਂ ਕਰੋਗੇ, ਤੁਸੀਂ ਕਾਂਸਟੀਟਿਊਸ਼ਨ ਨੂੰ ਵੀ ਇੱਕ ਪਾਸੇ ਕਰੋਗੇ। ਇਹ ਕਿਹੋ ਜਿਹੀਆਂ ਅੰਦਰੋਂ ਅੰਦਰੀ ਜਿਹੜੀਆਂ ਚਾਲਾਂ ਜਾਂ ਕਿਹੋ ਜਿਹੀਆਂ ਪਾਲਿਸੀਆਂ ਆ ਰਹੀਆਂ। ਮੈਂ ਪਰ ਦੂਜੀ ਗੱਲ ਵਿੱਚ ਸਾਡੀ ਰਹਿ ਗਈ, ਉਹ ਬੜੀ ਜ਼ਰੂਰੀ ਹੈ, ਜੋ ਹਜ਼ੂਰ ਸਾਹਿਬ ਦੇ ਵਿੱਚ ਹੋਇਆ। ਦੇਖੋ, ਮੈਂ ਕਰੋਨਾ ਦਾ ਤਾਂਹੀਏ ਮੈਂ ਨਾਲ ਜੋੜ ਕੇ ਕਹਿ ਰਿਹਾ ਸੀ। ਪਹਿਲੀ ਗੱਲ ਤੇ ਹੈ ਕਿ ਕਰੋਨਾ ਦਾ ਬੜਾ ਡਿਫਰੈਂਸ਼ੀਅਲ ਟ੍ਰੀਟਮੈਂਟ ਆ। ਮੂੰਹ ਵੇਖ ਕੇ ਕਰੋਨਾ ਦੀ ਫੈਸਲੇ ਹੁੰਦੇ, ਦੂਸਰੀ ਧਰਮ ਵੇਖ ਕੇ ਵੀ ਫੈਸਲੇ ਹੁੰਦੇ ਆ। ਦੂਸਰੀ ਗੱਲ ਜੋ ਹਜ਼ੂਰ ਸਾਹਿਬ ਦੀ ਆ, ਉੱਥੇ ਦੀ ਪੁਲਿਸ ਨੇ, ਮਹਾਰਾਸ਼ਟਰ ਗਵਰਨਮੈਂਟ ਨੇ, ਪੁਲਿਸ ਨੇ ਕਿਹਾ ਕਿ ਤੁਸੀਂ ਇਕੱਠੇ ਬੱਠੇ ਨਾ ਹੋ। ਅਸੀਂ ਅੱਗੇ ਹੀ ਬਹੁਤ ਸੈਂਟਰ ਸਾਨੂੰ ਕੋਸ ਰਿਹਾ, ਪੰਜਾਬ ਨੂੰ ਵੀ ਕੋਸ ਰਿਹਾ, ਆਪਾਂ ਥੋੜਾ ਬਚਾਅ ਕਰੀਏ। ਇਹਨਾਂ ਨੇ ਕਿਹਾ ਜੀ ਅਸੀਂ ਗੁਰਦੁਆਰੇ ਦੇ ਅੰਦਰ ਇਕੱਠੇ ਹੋਵਾਂਗੇ, ਬਾਹਰ ਨਹੀਂ ਜਾਂਦੇ। ਉਹਨਾਂ ਨੇ, ਪੁਲਿਸ ਨੇ ਵੀ ਇਹਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਸੀਗਾ, ਪਬਲਿਕ ਦੇ ਵਿੱਚ ਜਿਹੜਾ ਨਗਰ ਕੀਰਤਨ ਕਰਨ ਤੋਂ ਰੋਕਿਆ ਸੀ। ਉੱਥੇ ਜੋ ਹੋਇਆ, ਜੋ ਪੁਲਿਸ ਦੇ ਉੱਤੇ ਨੰਗੀਆਂ ਤਲਵਾਰਾਂ ਲੈ ਕੇ ਹਮਲਾ ਹੋਇਆ, ਇਹ ਬਿਲਕੁਲ ਨਿੰਦਨੀय ਹੈ। ਇਹ ਬਿਲਕੁਲ ਕਿਸੇ ਵੀ ਸਿੱਖ ਮਤ ਤੇ ਸਿੱਖ ਮਰਿਆਦਾ ਦੇ ਨਾਲ ਨਹੀਂ ਹੈ ਕਿ ਤੁਸੀਂ ਪੁਲਿਸ ਦੇ ਉੱਤੇ ਇਸ ਕਿਸਮ ਨਾਲ ਆਪ ਹਮਲਾਵਰ ਹੋ। ਜਿਹੜੀ ਸਾਡੀ ਤਲਵਾਰ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਆ, ਉਹ ਇੱਕ ਤੇ ਆਤਮ ਰੱਖਿਆ ਲਈ ਦਿੱਤੀ ਆ ਜੇ ਕੋਈ ਤੁਹਾਡੇ ਤੇ ਹਮਲਾ ਕਰੇ। ਦੂਸਰਾ, ਜਿਹੜਾ ਗਰੀਬ ਗੁਰਬਾ, ਜਿਹੜਾ ਕਮਜ਼ੋਰ ਹੈ, ਕੋਈ ਜੋ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ, ਉਹਦੇ ਹੱਕ 'ਚ ਖੜੇ ਹੋਣ ਲਈ ਦਿੱਤੀ ਹੈ। ਇਹ ਜਿਹੜਾ ਹੋਇਆ, ਉੱਥੇ ਕੇਸ ਬਣੇ, ਹੋਰ ਬਣੇ, 22 ਬੰਦਿਆਂ ਤੇ ਕੇਸ ਬਣੇ ਆ। ਮੈਨੂੰ ਲੱਗਦਾ ਕਿ ਇਹੋ ਜਿਹੀ ਚੀਜ਼ ਤੋਂ ਸਾਨੂੰ ਅਵਾਇਡ ਕਰਨਾ ਚਾਹੀਦਾ। ਇਹਦੇ ਨਾਲ ਕੋਈ ਅਸੀਂ ਸਿੱਖੀ ਦਾ ਔਰ ਸਿੱਖ ਜਿਹੜੀ ਮਰਿਆਦਾ ਜਾਂ ਸਿੱਖ ਫਲਸਫਾ ਆ, ਉਹਦਾ ਕੋਈ ਬਹੁਤ ਚੰਗਾ ਮੈਸੇਜ ਨਹੀਂ ਦਿੰਦੇ। ਇਹਦੇ ਨਾਲ ਸਾਨੂੰ ਕਾਫੀ ਅਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਹਾਂ। ਪ੍ਰਸਾਦ, ਇਹੋ ਜਿਹੇ ਨਾਜ਼ੁਕ ਮੁੱਦੇ ਤੇ ਜਿੱਥੋਂ ਤੱਕ ਪੁਲਿਸ ਦੀ ਗੱਲ ਆ ਜਾਂ ਪ੍ਰਬੰਧਕਾਂ ਦੀ ਗੱਲ ਆ, ਦੋਹਾਂ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਹਿਮਤੀ ਦੇ ਨਾਲ ਲਏ ਫੈਸਲਿਆਂ ਨੂੰ ਨੇਪਰੇ ਚੜਾਇਆ ਜਾਵੇ ਤੇ ਇਹੋ ਜਿਹਾ ਮਾਹੌਲ ਪੈਦਾ ਨਾ ਹੋਣ ਦਿੱਤਾ ਜਾਵੇ ਜਿਹਦੇ ਨਾਲ ਉਸ ਮੰਦਭਾਗੀ ਘਟਨਾ ਨੂੰ ਲੈ ਕੇ ਬਾਅਦ ਵਿੱਚ ਕੋਈ ਧਿਰ ਜਿਹੜਾ ਹੈਗਾ ਉਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇ। ਇਹਨਾਂ ਮੁੱਦਿਆਂ ਤੇ ਆਪਾਂ ਚਰਚਾ ਜਾਰੀ ਰੱਖਾਂਗੇ। ਹੁਣ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਵਾਂਗੇ ਵਾਪਸ। ਆਮੋ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਪ੍ਰੋਫੈਸਰ ਮਨਜੀਤ ਸਿੰਘ, ਜਾਣੀ ਪਹਿਚਾਣੀ ਹਸਤੀ। ਪ੍ਰੋਫੈਸਰ, ਜਦੋਂ ਆਪਾਂ ਜਿਹਨਾਂ ਮੁੱਦਿਆਂ ਤੇ ਚਰਚਾ ਕਰ ਰਹੇ ਹਾਂ, ਖਾਸ ਤੌਰ ਤੇ ਫਿਰਕੂ ਰੰਗਤ ਦੀ ਆਪਾਂ ਗੱਲ ਕਰਦੇ ਹਾਂ,
ਜਿੱਦਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀ, ਜਿਹੜੀਆਂ ਸੰਬੰਧਿਤ ਧਿਰਾਂ, ਚਾਹੇ ਪੁਲਿਸ ਹੈ, ਚਾਹੇ ਕਿਸੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਸੰਸਥਾਵਾਂ ਹੈਗੀਆਂ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਹੁਣ ਮੈਂ ਕਿਸਾਨੀ ਅੰਦੋਲਨ ਦੇ ਮੁੱਦੇ ਤੇ, ਜਿਹਦੇ ਨਾਲ ਤੁਸੀਂ ਵੀ ਬਹੁਤ ਸਿੱਧੇ ਤੌਰ ਤੇ ਜੁੜੇ ਹੋਏ ਹੋ, ਸਵਾਲ ਲੈਣਾ ਚਾਹੁੰਦਾ ਕਿ ਕਿਸਾਨੀ ਅੰਦੋਲਨ ਨੂੰ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਫਿਰਕੂ ਰੰਗਤ ਦੇਣ ਦੀ ਜਾਂ ਫਿਰਕੂ ਚੌਕਠੇ ਵਿੱਚ ਸੁੱਟਣ ਦੀ ਬਜਾਏ ਮੁੱਦਿਆਂ ਤੇ ਗੱਲ ਕਰਨ ਦੀ, ਜਿਹੜੀ ਧਿਰ ਜਾਣਬੁੱਝ ਕੇ ਇਦਾਂ ਦੀਆਂ ਗੱਲਾਂ ਨੂੰ ਉਭਾਰ ਰਹੀ ਹੈ। ਕਿਤੇ ਹਾਕਮ ਧਿਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਹਿਮ ਮੁੱਦਿਆਂ ਨੂੰ ਵੀ ਤੁਸੀਂ ਇਦਾਂ ਦੀ ਰੰਗਤ ਦੇ ਕੇ ਆਪਣੀਆਂ ਰਾਜਸੀ ਰੋਟੀਆਂ ਨਾ ਸੇਕੋ। ਦੇਖੋ, ਇਹ ਦੋ ਹੀ ਪਾਸੀਆਂ, ਇੱਕ ਤੇ ਸਾਨੂੰ ਵੀ ਬਹੁਤ ਕੌਂਸ਼ੀਅਸ ਹੋਣ ਦੀ ਲੋੜ ਆ। ਸਾਡੀ ਇੱਕ ਤੁਸੀਂ ਖੂਬਸੂਰਤੀ ਸਮਝੋ ਜਾਂ ਸਾਡੀ ਚੁਣੌਤੀ ਸਮਝੋ, ਉਹ ਇਹ ਹੈ ਕਿ ਪੰਜਾਬੀ ਨੂੰ, ਖਾਸ ਕਰਕੇ ਪੇਂਡੂ ਪੰਜਾਬੀ ਜਿਹੜੇ ਆ, ਉਹਨਾਂ ਨੂੰ ਸਿੱਖੀ ਨਾਲੋਂ ਬਿਲਕੁਲ ਅਲੱਗ ਕਰਕੇ ਦੇਖਿਆ ਨਹੀਂ ਜਾ ਸਕਦਾ। ਕੋਈ ਵੀ ਸਭਾ ਹੁੰਦੀ ਆ, ਪਹਿਲਾਂ ਢਾਡੀ ਲੱਗ ਜਾਂਦੇ ਆ, ਫਿਰ ਭਾਸ਼ਣ ਹੁੰਦੇ ਆ, ਫਿਰ ਕੋਈ ਹੋਰ ਜਿਹੜੇ ਮਰਜ਼ੀ ਇਨਕਲਾਬੀ ਗਾਣੇ, ਫਿਰ ਭਾਵੇਂ ਕਾਮਰੇਡ ਦੀ ਵਿਰਾਸਤ ਹੈ, ਸਾਡੇ ਵਿਰਸੇ 'ਚ ਹੈ, ਸੁਭਾਵਿਕ ਹੈ, ਵਿਰਸਾ ਸਾਡਾ ਇਸ ਕਿਸਮ ਦਾ ਚੱਲਦਾ। ਹੁਣ ਜਿੰਨੇ ਵੀ ਉੱਥੇ ਲੰਗਰ ਲੱਗੇ ਆ, ਬਾਬਿਆਂ ਦੀ ਜੈ ਜੈਕਾਰ ਆ, SGPC ਨੇ ਵੀ ਲੰਗਰ ਲਾਏ ਆ, ਹੋਰਨਾਂ ਨੇ ਵੀ ਲਾਏ ਆ। ਇਹ ਇੱਕ ਉਸ ਕਿਸਮ ਦੀ ਪ੍ਰਥਾ ਚੋਂ, ਜਾਂ ਸਾਡਾ ਜਿਹੜਾ ਸੰਸਥਾਗਤ ਸਪੋਰਟ ਸਿਸਟਮ ਆ, ਉਹ ਜਦੋਂ ਵੀ ਕੋਈ ਇਹੋ ਜਿਹੀ ਲੋੜ ਹੁੰਦੀ ਹੈ ਉਹਦੇ ਵਿੱਚ ਉਹ ਐਕਟਿਵ ਹੋ ਜਾਂਦਾ। ਉਹ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਲੀਕ ਕਿੱਥੇ ਖਿੱਚਣੀ ਆ। ਉਹ ਜਿਹੜੀ ਲੀਕ ਆ ਉਹ ਬੜੀ ਬਰੀਕ ਜੀ ਹੁੰਦੀ, ਉਹਨੂੰ ਬੜੇ ਧਿਆਨ ਨਾਲ ਖਿੱਚਣਾ ਪੈਂਦਾ ਕਿ ਜਿਹੜੇ ਤੇ ਧਾਰਮਿਕ ਮਾਮਲੇ ਆ ਉਹ ਤੇ SGPC ਆ, ਜਾਂ ਕੋਈ ਹੋਰ ਧਾਰਮਿਕ ਸਥਾਨਾਂ ਤੋਂ ਲੜੇ ਜਾਣੇ ਚਾਹੀਦੇ ਆ, ਉੱਥੋਂ ਉਹਦੀ ਆਵਾਜ਼ ਉੱਠਣੀ ਚਾਹੀਦੀ ਆ। ਪਰ ਜਿੱਥੇ ਕਿਸਾਨਾਂ ਦੇ ਮਾਮਲੇ ਹੈਗੇ ਆ, ਜਿਸ ਤਰ੍ਹਾਂ ਹੁਣ ਮੋਰਚਾਬੰਦੀ ਹੋਈ ਆ, ਟਿਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰਾਂ ਤੇ ਹੋਰਨਾਂ ਬਾਰਡਰਾਂ ਤੇ ਵੀ ਮੋਰਚਾਬੰਦੀ ਹੋਈ ਆ, ਉੱਥੇ ਜੇ ਕੋਈ ਬੰਦਾ ਚੜ੍ਹ ਕੇ ਇਹ ਕਵੇ ਕਿ ਹਾਂ ਉੱਥੇ ਸਿੱਖੀ ਦਾ ਵਿਚਾਰ ਰੱਖ ਲੈਣਾ, ਕੋਈ ਰੋਕਦਾ ਨਹੀਂ। ਉੱਥੇ ਰਹਿ ਰਾਸ ਦਾ ਪਾਠ ਵੀ ਹੁੰਦਾ, ਸਵੇਰੇ ਵੀ ਕੋਈ ਨਾ ਕੋਈ ਉੱਥੇ ਜਾਣੀ ਇਹੋ ਜਿਹਾ ਕੀਰਤਨ ਹੁੰਦਾ, ਤੇ ਕਿਸੇ ਨੂੰ ਕੋਈ ਉਹਦੀ, ਉਹ ਸੱਭਿਆਚਾਰ ਦਾ ਹਿੱਸਾ ਸਾਡਾ, ਕੋਈ ਉਹਨੂੰ ਕਿਸੇ ਦੀ ਆਪੱਤੀ ਕਿਸੇ ਨੂੰ ਨਹੀਂ ਹੈ। ਸਵਾਲ ਇਹ ਹੈ ਕਿ ਸਾਰਿਆਂ ਨੂੰ ਆਸਥਾ, ਕਿਸੇ ਦਾ ਵਿਸ਼ਵਾਸ ਹੋ ਸਕਦਾ ਹੈ ਕਿਸੇ ਅਕੀਦੇ ਦੇ ਵਿੱਚ, ਕਿਸੇ ਧਰਮ ਦੇ ਵਿੱਚ, ਪਰ ਜਦੋਂ ਕਿਸਾਨ ਜਥੇਬੰਦੀਆਂ, ਕਿਸਾਨ ਨੇਤਾ ਇਹ ਗੱਲ ਕਹਿਣ ਕਿ ਅਸੀਂ ਕਿਸਾਨੀ ਮੁੱਦਿਆਂ ਤੇ ਲੜਾਈ ਲੜ ਰਹੇ ਹਾਂ, ਫਿਰ ਬਾਰ-ਬਾਰ ਉਹਨਾਂ ਨੂੰ ਧੱਕਿਆ ਜਾਵੇ ਕਿ ਨਹੀਂ ਜੀ ਇਹਦੇ ਤੇ ਫਲਾਣੀ ਰੰਗਤ ਹੈ, ਇਹਦੇ ਤੇ ਫਲਾਣੀ ਰੰਗਤ ਹੈ, ਫਿਰ ਕਿਧਰੇ ਲੱਗਦਾ ਕਿ ਜਾਣ-ਬੁੱਝ ਕੇ ਵੀ ਇਹੋ ਜਿਹੀਆਂ ਅੰਦੋਲਨ ਦੇ ਨਾਲ ਸ਼ਰਾਰਤਾਂ ਜਿਨ੍ਹਾਂ ਰਹਿਣ ਦੀ ਲੋੜ ਹੋਏਗੀ। ਮੈਂ ਉੱਥੇ ਹੀ ਆਉਣ ਲੱਗਾ ਸੀਗਾ, ਮੈਂ ਇਹੋ ਹੀ ਸਿੱਧੂ ਸਾਹਿਬ ਕਹਿਣਾ ਚਾਹੁੰਦਾ। ਪਰ ਜੇ ਕੋਈ ਵਿੱਚੋਂ ਕੋਈ ਉੱਠ ਕੇ ਇਹ ਬੰਦੇ ਗੱਲਾਂ ਕਰਨ ਕਿ ਹੁਣ ਇਹ ਸਟੇਜ ਤੇ ਸਾਡੀ ਆ ਜੀ, ਇਹ ਤੇ ਅਸੀਂ ਹੁਣ ਇਥੋਂ ਕੋਈ ਸਿੱਖ ਰਾਜ ਕੱਢਣਾ, ਜਾਂ ਕੋਈ ਸਿੱਖ ਰਾਜਨੀਤੀ ਕੱਢਣੀ ਆ, ਜਾਂ ਅਸੀਂ ਕੋਈ ਇੱਥੇ ਹੋਰ ਕੋਈ ਸਿੱਖੀ ਦੇ ਏਜੰਡੇ ਨੂੰ ਲਾਗੂ ਕਰਨਾ, ਇਹ ਬਿਲਕੁਲ ਸਰਾਸਰ ਗਲਤ ਹੋਊਗਾ। ਮੂਵਮੈਂਟ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੋਊਗੀ, ਮੂਵਮੈਂਟ ਨੂੰ ਭੜਕਾ ਦੇਣ ਵਾਲੀ, ਆਪਣੇ ਮੁੱਦਿਆਂ ਤੋਂ ਭੜਕਾਉਣ ਵਾਲੀ ਗੱਲ ਹੋਊਗੀ, ਕਿਉਂਕਿ ਇਹ ਸਿੱਖੀ ਦਾ ਮਾਮਲਾ ਹੀ ਨਹੀਂ। ਹੁਣ ਤੁਸੀਂ ਦੇਖੋ, ਉੱਥੇ ਵੱਡੀ ਗਿਣਤੀ ਦੇ ਵਿੱਚ UP ਦੇ ਟਕਾਇਤ ਦੀ ਯੂਨੀਅਨ ਆ, ਉੱਥੇ ਉਹ ਤੇ ਇਹ ਸਿੱਖ ਨਹੀਂ ਹੈਗੇ। ਠੀਕ ਹੈ, ਸਿੱਖ ਦੀ ਰਿਸਪੈਕਟ ਕਰ ਸਕਦੇ ਆ, ਪਰ ਖੁਦ ਤੇ ਸਿੱਖ ਨਹੀਂ ਹੈਗੇ। ਹਰਿਆਣੇ ਵਾਲੇ ਖੁਦ ਤੇ ਸਿੱਖ ਨਹੀਂ ਹੈਗੇ, ਸਿੱਖਾਂ ਦੀ ਰਿਸਪੈਕਟ ਜ਼ਰੂਰ ਕਰਦੇ ਆ, ਵੱਡਾ ਭਰਾ ਮੰਨਦੇ ਆ। ਹੁਣ ਜੇ ਉਹ ਤੁਹਾਨੂੰ ਇੰਨੀ ਸਪੋਰਟ ਦੇ ਰਹੇ ਆ, ਇੰਨਾ ਰੋਜ਼ ਦਾ ਦੁੱਧ, ਲੱਸੀ, ਸਬਜ਼ੀਆਂ, ਹਰ ਕਿਸਮ ਦੀ ਸਪੋਰਟ ਉੱਥੋਂ ਹਰਿਆਣੇ ਤੋਂ ਤੁਹਾਨੂੰ ਮਿਲ ਰਹੀ ਆ, ਪਾਣੀ ਹਰ ਕਿਸਮ ਦਾ, ਤਾਂ ਆਪਾਂ ਥੋੜ੍ਹਾ ਜਿਹਾ ਸਹਿਚਾਰਤਾ ਦੇ ਨਾਲ ਇੱਕ ਦੂਜੇ ਦੀ ਇੱਜ਼ਤ ਕਰਕੇ ਉਸ ਨੂੰ ਜੀਣਾ ਸਿੱਖੀਏ, ਔਰ ਉਹੋ ਜਿਹਾ ਹੀ ਸਾਨੂੰ ਸੁਨੇਹਾ ਦੇਣਾ ਚਾਹੀਦਾ। ਕਈ ਬੰਦਿਆਂ ਨੇ ਮੈਨੂੰ, ਤੇ ਖਾਸ ਕਰਕੇ ਜਿਹੜਾ ਲਾਲ ਕਿਲੇ ਵੱਲ ਵੀ ਜਾਣਾ, ਉਸਨੇ ਸਾਡੀ ਸਾਰੀ ਮੂਵਮੈਂਟ ਨੂੰ ਇੱਕ ਬਹੁਤ ਵੱਡੇ 26 ਜਨਵਰੀ ਨੂੰ ਖਤਰੇ 'ਚ ਪਾਇਆ, ਔਰ ਰੋਕਣ ਦੇ ਚਲੋ ਲਾਲ ਕਿਲੇ ਦੇ ਮੁੱਦੇ ਤੇ ਬਿਲਕੁਲ ਸਹੀ ਹੈ, ਲਾਲ ਕਿਲੇ ਦੇ ਮੁੱਦੇ ਤੇ ਬਹੁਤ ਸਾਰੀਆਂ ਬਹਿਸਾਂ ਹੋ ਵੀ ਚੁੱਕੀਆਂ ਹੈ, ਪਰ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਪਹਿਲੂ ਹੈਗਾ ਕਿ ਕਿਸੇ ਦੀ ਆਸਥਾ, ਉਸ ਧਰਮ ਦੀ ਰਿਸਪੈਕਟ ਦੂਜੇ ਭਾਈਚਾਰੇ ਦੇ ਲੋਕ ਵੀ ਕਰਦੇ ਆ, ਬਿਲਕੁਲ ਸਹੀ ਹੈ। ਪਰ ਸਵਾਲ ਹੈ ਕਿ ਜਿਹੜੀ ਕੇਂਦਰ 'ਚ ਬੈਠੀਆਂ ਹੁਕਮਰਾਨ ਧਿਰਾਂ, ਅਗਰ ਉਹੀ ਇਸ ਗੱਲ ਨੂੰ ਕਿਸੇ ਹੋਰ ਢੰਗ ਤਰੀਕੇ ਨਾਲ ਧਰਮ ਨਾਲ ਨਿਬੇੜ ਕੇ ਪੇਸ਼ ਕਰਨ, ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰਨ, ਇਹ ਤਾਂ ਫਿਰ ਸੱਤਾ 'ਚ ਬੈਠੀਆਂ ਧਿਰਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਨਾ ਜੀ। ਬਿਲਕੁਲ, ਮੈਂ ਤੇ ਕਹਿੰਦਾ ਸਾਨੂੰ ਆਪਣੇ ਆਪ ਨੂੰ ਆਪ ਬਹੁਤ ਹੀ ਸਤਰਕ ਰਹਿਣਾ ਪਊਗਾ। ਕਾਰਨ ਮੈਂ ਇਹ ਕਹਿੰਦਾ ਕਿ ਦੂਜੇ ਪਾਸੇ ਤੇ ਤੈਅਸ਼ੁਦਾ ਏਜੰਡਾ ਆ, ਅੱਜ ਦਾ, ਅੱਜ ਤੋਂ 70 ਸਾਲ ਪੁਰਾਣਾ ਏਜੰਡਾ ਉਹਨਾਂ ਦਾ, ਤੇ ਜਦੋਂ ਅਜੇ ਅੰਗਰੇਜ਼ ਇੱਥੇ ਸੀ ਉਦੋਂ ਦਾ ਹੀ ਇਹ ਏਜੰਡਾ ਆ। ਉਹ ਅਸਲ ਮਾਨਿਆਂ 'ਚ ਚਾਹੁੰਦੇ ਸੀਗੇ ਕਿ ਜੇ ਤੁਸੀਂ ਪਾਕਿਸਤਾਨ ਇਸਲਾਮਿਕ ਸਟੇਟ ਬਣ ਗਈ ਆ ਤੇ ਇੱਥੇ ਉਦੋਂ ਹੀ ਹਿੰਦੂ ਰਾਸ਼ਟਰ ਡਿਕਲੇਅਰ ਹੋਣਾ ਚਾਹੀਦਾ। ਇਸੇ ਕਰਕੇ ਉਸ ਜਦੋਂ ਨਹਿਰੂ ਦਾ ਜਾਂ ਉਸ ਲਗੇਸੀ ਦਾ ਜਾਂ
ਈਵਨ ਜਿਹੜਾ ਆਪਣੇ ਗਾਂਧੀ ਜੀ ਉਹਨਾਂ ਦਾ ਨਾਂ ਲੈਂਦੇ ਆ, ਮਹਾਤਮਾ ਗਾਂਧੀ ਦਾ, ਤਾਂ ਉਹ ਕਾਫੀ ਇਹਨਾਂ ਨੂੰ ਦਿੱਕਤ ਹੁੰਦੀ ਹੈ ਕਿ ਇਹਨਾਂ ਨੇ ਸੈਕੂਲਰ ਕਨਸਟੀਟਿਊਸ਼ਨ ਕਿਉਂ ਰੱਖ ਲਿਆ, ਉਹਦੇ 'ਚ ਸੋਸ਼ਲਿਸਟਿਕ ਪੈਟਰਨ ਵੀ ਬਣਾ ਲਿਆ। ਇਹ ਸਾਰਾ ਨਹੀਂ ਸੀ ਹੋਣਾ ਚਾਹੀਦਾ। ਉਹ ਤੇ ਚਾਹੁੰਦੇ ਹੀ ਆ day one ਤੋਂ ਕਿ ਜਦੋਂ ਇਸਲਾਮਿਕ ਸਟੇਟ ਬਣ ਗਈ ਤੇ ਹਿੰਦੂ ਰਾਸ਼ਟਰ ਹੋਣਾ ਚਾਹੀਦਾ। ਹੁਣ ਉਹ ਕਹਿੰਦੇ ਕਿ ਸਾਡੇ ਕੋਲ ਸੱਤਾ ਹੱਥ ਲੱਗ ਗਈ ਹੈ, ਭਾਵੇਂ ਉਹ ਕਨਸਟੀਟਿਊਸ਼ਨ ਦੇ ਤਹਿਤ, ਜਿਹੜਾ ਸੈਕੂਲਰ ਕਨਸਟੀਟਿਊਸ਼ਨ ਆ ਉਹਦੇ ਤਹਿਤ ਲੱਗੀ, ਉਹਦੀ ਸਹੁੰ ਖਾ ਕੇ ਪ੍ਰਧਾਨ ਮੰਤਰੀ ਬਣਦੇ ਆ, ਮਿਨਿਸਟਰ ਬਣਦੇ, ਪਰ ਉਸ ਦੀ ਪ੍ਰੈਕਟੀਕਲ ਇਸਤੇਮਾਲ ਕਰਨਾ, ਉਸ ਡਾਇਰੈਕਸ਼ਨ ਦੇ ਵਿੱਚ ਉੱਥੋਂ ਗਾਈਡੈਂਸ ਲੈ ਕੇ, ਉੱਥੋਂ ਕਿਉਂ ਲੈ ਕੇ ਦੇਸ਼ ਨੂੰ ਰਾਜ ਕਰਨਾ, ਉਹ ਨਹੀਂ ਚੱਲ ਰਿਹਾ, ਬਿਲਕੁਲ ਨਹੀਂ ਚੱਲ ਰਿਹਾ। ਉਹ ਤੇ ਆਪਣੇ ਢੰਗ ਨਾਲ ਸਾਰੇ ਦੇਸ਼ ਨੂੰ ਚਲਾ ਰਹੇ ਆ। ਜਿੱਥੇ ਵੀ ਮਾੜੀ ਜਿਹੀ ਕੋਈ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਆ, ਉੱਥੇ ਫਾਨਾ ਧਰੂਵੀਕਰਨ ਦਾ ਠੋਕ ਦਿੰਦੇ ਆ, ਉੱਥੇ ਹੀ ਫਿਰਕਾ ਪ੍ਰਸਤੀ ਵਾਲਾ ਕਰ ਦਿੰਦੇ। ਮੈਂ ਨਿੱਕੀ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਹੁਣੇ ਹੀ। ਹੁਣ ਜਿਹੜੇ ਐਮਐਲਏ ਸਾਹਿਬ ਜਿਹੜੇ ਆ ਅਬੋਹਰ ਵਾਲੇ, ਉਹਨਾਂ ਨਾਲ ਹੱਥੋਂ ਪਾਈ ਹੋਈ, ਬਦਤਮੀਜ਼ੀ ਹੋਈ, ਸਾਰਿਆਂ ਨੇ ਉਹਦੀ ਭਰਸਨਾ ਕੀਤੀ। ਬੀਜੇਪੀ ਦੇ ਸਪੀਕਰ ਆ ਕੇ ਕਹਿ ਰਹੇ ਆ ਕਿ ਉਹ ਬੀਜੇਪੀ ਦੇ ਐਮਐਲਏ ਨਾਲ ਨਹੀਂ ਹੋਈ, ਉਹ ਤੇ ਅਰੋੜਾ ਬਰਾਦਰੀ ਦੇ ਨਾਲ ਸੀ। ਤੁਸੀਂ ਅਰੋੜਿਆਂ ਤੇ ਹਮਲਾ ਕੀਤਾ। ਦੇ ਪੰਜਾਬ ਦੇ ਵਿੱਚ 20% ਅਰੋੜੇ ਆ, ਉਹ ਸਾਰੇ ਤੁਹਾਨੂੰ ਮਜ਼ਾ ਚਖਾ ਦੇਣਗੇ। ਅਬੋਹਰ ਦੇ ਵਿੱਚ 50% ਅਰੋੜੇ ਆ, ਤੁਹਾਨੂੰ ਮਜ਼ਾ ਚਖਾ ਦੇਣਗੇ। ਉਹਨਾਂ ਨੇ ਫੈਸਲਾ ਕਰ ਲਿਆ ਕਿ ਸਾਡੇ ਅਰੋੜਾ ਬਰਾਦਰੀ ਦੇ ਉੱਤੇ ਹਮਲਾ। ਹੱਦ ਹੋ ਗਈ ਆ। ਸੋਮ ਪ੍ਰਕਾਸ਼ ਜਿਹੜੇ ਮਿਨਿਸਟਰ ਸਾਹਿਬਾਨ ਹੈ, ਜਿਹੜੇ ਨੈਗੋਸ਼ੀਏਸ਼ਨ 'ਚ ਬਹਿੰਦੇ ਆ, ਉਹਨਾਂ ਵਿਰੁੱਧ ਪ੍ਰੋਟੈਸਟ ਹੋਇਆ। ਤੁਸੀਂ ਦਲਿਤਾਂ ਦੇ ਹਮਲਾ ਕਰ ਰਹੇ ਆ। ਜਾਣੀ 24 ਘੰਟੇ ਉਹ ਇਸ ਤਾਕ 'ਚ ਰਹਿੰਦੇ ਆ ਕਿ ਕੋਈ ਵੀ ਜਿਹੜੀ ਰਾਜਨੀਤਿਕ, ਆਰਥਿਕ ਜਾਂ ਸਮਾਜਿਕ ਗੱਲ ਹੈ, ਉਹਨੂੰ ਫੱਟ ਦੇਣੀ, ਧਾਰਮਿਕ ਤੇ ਜਿਹੜੀ ਜਾਤੀਗਤ ਰੰਗਤ ਦੇ ਕੇ ਪੇਸ਼ ਕੀਤਾ ਜਾਂਦਾ। ਜੀ ਬਿਲਕੁਲ ਕਿਸਮ ਦੀ ਰਾਜਨੀਤੀ ਨੂੰ ਆਪਣੇ ਤੌਰ ਤੇ। ਹਾਂਜੀ ਜੀ ਪ੍ਰੋਫੈਸਰ, ਜਦੋਂ ਆਪਾਂ ਸੰਵਿਧਾਨ ਦੀ, ਕਨਸਟੀਟਿਊਸ਼ਨ ਦੀ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਸੰਵਿਧਾਨ ਦੇ ਅਧੀਨ ਹੀ ਸੂਬਿਆਂ ਦੀਆਂ ਸਰਕਾਰਾਂ ਬਣਦੀਆਂ, ਉਸ ਸੰਵਿਧਾਨ ਦੇ ਅਧੀਨ ਹੀ ਕੇਂਦਰ 'ਚ ਮੋਦੀ ਦੀ ਸਰਕਾਰ ਬਣੀ ਹੈ। ਹੁਣ ਜੇ ਪੰਜਾਬ ਦੇ ਅੰਦਰ ਕਿਸਾਨ ਅੰਦੋਲਨ ਹੈ, ਤਾਂ ਲੰਬੇ ਸਮੇਂ ਤੋਂ ਤੁਸੀਂ ਵੀ ਜੁੜੇ ਹੋ। ਕਿਸਾਨੀ ਅੰਦੋਲਨ ਇੱਕ ਬਹੁਤ ਵੱਡਾ ਮੁੱਦਾ, ਕੌਮੀ ਨਹੀਂ ਬਲਕਿ ਕੌਮਾਂਤਰੀ ਪੱਧਰ ਤੇ ਸਾਹਮਣੇ ਆ ਗਿਆ। ਹੁਣ ਇਸ ਮੁੱਦੇ ਨੂੰ ਲੈ ਕੇ ਪੰਜਾਬ ਨੂੰ ਕਿਉਂ ਟਾਰਗੇਟ ਬਣਾਇਆ ਜਾ ਰਿਹਾ ਹੈ? ਪੰਜਾਬ ਨਾਲ ਉਹ ਜਿਹੇ ਮੁੱਦੇ, ਹੁਣ ਜਿਵੇਂ ਅਗਲੇ ਦਿਨਾਂ 'ਚ ਕਣਕ ਦੀ ਖਰੀਦ ਹੋਣੀ ਹੈ, ਹਾੜੀ ਦੀ ਫਸਲ ਆ ਰਹੀ ਹੈ, ਉੱਥੇ ਕਿਹਾ ਜਾ ਰਿਹਾ ਜੀ ਨਹੀਂ ਜੀ, ਮੋਇਸਚਰ ਜਿਹੜੀ ਨਵੀਂ ਅੱਗੇ 14 ਸੀ ਕਣਕ ਦੇ ਵਿੱਚ, ਹੁਣ 12 ਕਰੋ, ਆਹ ਸ਼ਰਤਾਂ ਸਖਤ ਕੀਤੀਆਂ ਜਾਂਦੀਆਂ, ਏਦਾਂ ਖਰੀਦ ਕੀਤੀ ਜਾਏਗੀ, ਏਦਾਂ ਨਹੀਂ ਕੀਤੀ ਜਾਏਗੀ। ਹਰ ਇਸ਼ੂ ਤੇ ਲੈ ਕੇ ਜਦੋਂ ਟਾਰਗੇਟ ਕੀਤਾ ਜਾਂਦਾ ਤਾਂ ਵਖਰੇਵਾਂ ਉੱਥੇ ਜਿਹੜਾ ਸੰਵਿਧਾਨਕ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ, ਤਾਂ ਪੀੜ ਉਸ ਤੋਂ ਜ਼ਿਆਦਾ ਲੋਕਾਂ ਨੂੰ ਮਹਿਸੂਸ ਹੁੰਦੀ ਹੈ। ਜੀ ਨਹੀਂ, ਬਿਲਕੁਲ ਹੁਣ ਦੇਖੋ ਤੁਸੀਂ, ਏਡਾ ਅੜੀਅਲ ਐਟੀਟਿਊਡ ਹੈਗਾ ਕਿ ਕੱਲ ਰਮੇਸ਼ ਚੰਦ ਉਹਨਾਂ ਨੇ ਕਹਿਤਾ ਕਿ ਦੇਖੋ ਜੀ, ਇਹ ਤੇ ਜੇ ਇਨਕਮ ਡਬਲ ਕਰਨੀ ਆ 2022 ਤੱਕ, ਤਾਂ ਫਿਰ ਤੁਹਾਨੂੰ ਇਹ ਤਿੰਨੇ ਕਾਨੂੰਨ ਮੰਨਣੇ ਪੈਣਗੇ। ਮੋਦੀ ਜੀ ਨੇ ਵੀ ਮਨ ਦੀ ਬਾਤ ਦੇ ਵਿੱਚ ਕਹਿ ਦਿੱਤੀ। ਇਹ ਚਾਰੇ ਪਾਸਿਓਂ ਇਹ ਤੂਤੀਆਂ ਵੱਜ ਰਹੀਆਂ ਕਿ ਇਹ ਹੁਣ ਆ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਵੀ ਸਬਮਿਟ ਹੋ ਗਈ ਆ। ਅਸ਼ੋਕ ਗੁਲਾਟੀ ਜਿਹਦੀ ਨੋਨ ਪੋਜੀਸ਼ਨ ਆ, ਭੁਪਿੰਦਰ ਮਾਨ ਨੇ ਤੇ ਪਰਾਂ ਹੋ ਗਏ ਸੀ, ਉਹ ਕਮੇਟੀ 'ਚ ਨਹੀਂ ਰਹੇ, ਪਰ ਜੋ ਵੀ ਰਿਪੋਰਟ ਹੁਣ ਅਜੇ ਬੰਦ ਲਿਫਾਫੇ 'ਚ ਕਿਹੋ ਜਿਹੀ ਆ ਉਹਦਾ ਪਤਾ ਹੀ ਆ, ਲੋਕਾਂ ਨੂੰ ਪਤਾ ਹੀ ਆ। ਕਿਸੇ ਵੀ ਕਿਸਾਨ ਨੇ ਉਹਦੇ 'ਚ ਪਾਰਟਿਸਿਪੇਟ ਨਹੀਂ ਕੀਤਾ। ਸਵਾਲ ਸਾਰਾ ਇਹੀ ਹੈ ਸਿੱਧੂ ਸਾਹਿਬ ਕਿ ਮੋਦੀ ਜੀ ਅਜੇ ਵੀ ਉਹਨਾਂ ਗੱਲਾਂ ਤੇ ਪੂਰੀ ਤਰ੍ਹਾਂ ਅੜੇ ਹੋਏ ਆ, ਕਿਸੇ ਵੀ ਪਾਸਿਓਂ ਟਸ ਤੇ ਮਸ ਹੋਣ ਲਈ ਤਿਆਰ ਨਹੀਂ। ਜਿਸ ਗੱਲ ਲਈ ਲਗਾਤਾਰ ਕਿਸਾਨ ਜਿਸ ਦੇ ਵਿਰੁੱਧ ਕਾਨੂੰਨਾਂ ਦੇ ਅੰਦੋਲਨ ਕਰ ਰਹੇ ਆ, ਉਹ ਉਧਰ ਗੌਰ ਕਰਨ ਲਈ ਪੂਰਾ ਵੀ ਤਿਆਰ ਨਹੀਂ, ਸਗੋਂ ਉਲਟਾ ਲਿਆ ਕੇ ਨੀਤੀ ਆਯੋਗ ਨੂੰ ਉਹਦੇ 'ਚ ਖੜਾ ਕਰਤਾ ਕਿ ਦੇਖੋ ਜੀ, ਇਹ ਤੇ ਨੀਤੀ ਹੀ ਤੁਹਾਡੇ ਹੱਕ ਵਿੱਚ ਆ, ਤੁਸੀਂ ਸਮਝ ਨਹੀਂ ਪਾ ਰਹੇ। ਇਸ ਲਈ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੀ ਇਹ ਸਾਰਾ ਚੱਲ ਰਿਹਾ ਆ, ਇਹ ਹੁਣ ਜਿਹੜੀ ਵੀ ਹੋਈ ਹੈ, ਕਾਫੀ ਪੰਜਾਬ ਤੇ ਹਰਿਆਣੇ ਦੇ ਵਿੱਚ ਬੀਜੇਪੀ ਇਸ ਕਿਸਮ ਦੀ ਪਲਾਨ ਲੈ ਕੇ ਆ ਰਹੀ ਹੈ ਕਿ ਜਿਹਦੇ ਨਾਲ ਕਿਸਾਨ ਵਰਸਸ ਬੀਜੇਪੀ ਇਸ ਕਿਸਮ ਦਾ ਕੋਈ ਕਨਫਲਿਕਟ ਐਸਕੇਲੇਟ ਹੋਏ, ਜਿਹਦੇ ਚ ਟਕਰਾ ਦੀ ਜਿਹੜੀ ਨੀਤੀ ਵਧੇ, ਉਹਦੇ ਚ ਕੋਈ ਕਿਸਾਨ ਕਿਸੇ ਕਿਸਮ ਦੇ ਭੜਕੇ ਹੋਏ ਗਲਤੀ ਕਰ ਲੈਣ ਤੇ ਫਿਰ ਇਹਨਾਂ ਨੂੰ ਕੁੱਟਣ ਮਾਰਨ ਦਾ ਮਸਾਲਾ ਬਣ ਜਾਏ, ਕੇਸ ਬਣਾਉਣ ਜਾਣ, ਇਹੋ ਜਿਹੀਆਂ ਚੀਜ਼ਾਂ। ਸਵਾਲ ਇਹ ਹੈ ਕਿ ਮਸਲੇ ਦਾ ਜੇ ਹੱਲ ਨਹੀਂ ਕਰੋਗੇ, ਲਗਾਤਾਰ ਲੋਕਾਂ ਨੂੰ ਤੰਗ ਕਰੀ ਜਾਓਗੇ। ਬਿਲਕੁਲ ਸਾਡੇ ਕੋਲ ਸਮਾਂ ਨਹੀਂ, ਬਿਲਕੁਲ ਇਸ ਗੱਲ ਤੇ ਸਹਿਮਤੀ ਹੈ ਕਿ ਹਿੰਦੁਸਤਾਨ ਦੀ ਵੰਨ-ਸੁਵੰਨਤਾ ਹੈ। ਪ੍ਰੋਫੈਸਰ, ਜਿਹੜਾ ਸਵਾਲ ਮੈਂ ਲਾਸਟ ਸਵਾਲ ਇਸ ਮੁੱਦੇ ਤੇ ਲੈਣਾ ਚਾਹੁੰਦਾ ਹਾਂ, ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਨਾਲ ਰੰਗਤ ਦੇ ਕੇ ਪੰਜਾਬ ਤੇ ਹਰਿਆਣਾ ਟਕਰਾਅ ਦੀ ਨੀਤੀ ਹੈ, ਕਿਉਂਕਿ ਤੁਸੀਂ ਕਿਸਾਨ ਅੰਦੋਲਨ ਨਾਲ, ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਹੋ। ਇਹੋ ਜਿਹੀ ਸਥਿਤੀ 'ਚ ਜਦੋਂ ਟਕਰਾਅ ਵੱਧ ਰਿਹਾ, ਕੇਂਦਰ ਵਿਜ਼ਿਦ ਹੈ, ਕਿਸਾਨ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀ ਵੀ ਕਿਤੇ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਅੰਦੋਲਨ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਜਿੱਤ ਵਾਲੇ ਪਾਸੇ ਵੱਲ ਨੂੰ। ਇੱਕ ਬਹੁਤ ਵੱਡੀ ਅਹਿਮ ਭੂਮਿਕਾ ਜਾਂ ਪਰਖ ਦੀ ਘੜੀ ਕਿਸਾਨਾਂ ਦੀ ਲੀਡਰਸ਼ਿਪ ਲਈ ਵੀ ਬਣਦੀ ਜਾ ਰਹੀ ਹੈ।
ਜੀ ਪ੍ਰੈਸ ਇਹ ਦੇਖੋ, ਇਹ ਮੂਵਮੈਂਟ ਕਈ ਫੇਜ਼ਸ ਵਿੱਚੋਂ ਲੰਘੀ ਆ। ਪਹਿਲਾਂ ਪੰਜਾਬ 'ਚ ਸੀ, ਰੇਲ ਰੋਕੋ ਹੋਇਆ, ਫਿਰ ਇਹ ਉਦੋਂ ਅੱਗੇ ਗਈ, ਫਿਰ ਉੱਥੇ ਦਿੱਲੀ ਘਿਰਾਓ ਹੋਇਆ, ਦਿੱਲੀ ਘਿਰਾਓ ਤੋਂ ਬਾਅਦ ਫਿਰ ਇਹ ਸਾਰੇ ਦੇਸ਼ ਦੇ ਵਿੱਚ ਗਏ ਆ, ਮਹਾਂ ਪੰਚਾਇਤਾਂ ਹੋਈਆਂ, ਇਲੈਕਸ਼ਨਾਂ ਵਾਲੀਆਂ ਸਟੇਟਾਂ 'ਚ ਵੀ ਹੋਈਆਂ। ਉਹ ਸਾਰਾ ਫੈਲਾਓ ਹੋਣ ਤੋਂ ਬਾਅਦ ਮੇਰਾ ਖਿਆਲ ਹੈ ਕਿ ਇੱਕਦਮ ਫਿਰ ਹੁਣ ਸਾਨੂੰ ਬੈਕ ਟੂ ਦੀ ਪਵੇਲੀਅਨ ਆਉਣਾ ਚਾਹੀਦਾ ਤੇ ਸਿੰਘੂ ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਤੇ ਇਕੱਠੇ ਹੋ ਕੇ ਉੱਥੋਂ ਇੱਕ ਨਵੀਂ ਸਟ੍ਰੈਟਜੀ ਤੈਅ ਕਰਨੀ ਚਾਹੀਦੀ ਆ, ਜਿਹਦੇ ਵਿੱਚ ਸਾਡੀ ਵੱਲੋਂ ਸੁਜੈਸ਼ਨ ਤੇ ਬੜਾ ਸਾਫ਼ ਹੈਗਾ ਆ ਸਿੱਧੂ ਸਾਹਿਬ ਕਿ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੋਣਾ ਚਾਹੀਦਾ। ਜਿਹੜੇ ਸਾਡੀ ਇੱਕ ਰਵਾਇਤ ਵੀ ਹੈਗੀ ਆ, ਬੜੀ ਦੇਰ ਦੀ ਟੈਸਟਡ ਰਵਾਇਤ ਹੈ ਕਿ ਹਰ ਰੋਜ਼ 200 250 500 ਜਿੰਨਾ ਵੀ ਇਹ ਸਮਝਣ ਇੱਕ ਜੱਥਾ ਜਾਣਾ ਚਾਹੀਦਾ, ਤਿਹਾੜ ਜੇਲ੍ਹ ਭਰੋ ਇਹ ਕਿਸਮ ਦਾ ਜਾਣਾ ਚਾਹੀਦਾ ਕਿ ਜੇ ਤੁਸੀਂ ਨਹੀਂ ਸਾਡੀਆਂ ਜ਼ਮੀਨਾਂ ਜਾਂ ਸਾਡੀਆਂ ਆਵਾਜ਼ਾਂ, ਸਾਡੀਆਂ ਜ਼ਮੀਰਾਂ ਤੇ ਸਾਡੀਆਂ ਆਵਾਜ਼ਾਂ ਤੇ ਨਹੀਂ ਸੁਣਨੀਆਂ ਔਰ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਵੱਲ ਕੋਸ਼ਿਸ਼ ਨਹੀਂ ਕਰਨੀ ਤੇ ਬਸ ਠੀਕ ਹੈ, ਅਸੀਂ ਉੱਥੇ ਅੰਦਰ ਬਹਿ ਕੇ ਰੋਟੀ ਖਾਣੇ ਤੁਹਾਡੇ ਸਿਰ ਤੇ ਪਵਾਂਗੇ, ਅਸੀਂ ਬਾਹਰ ਲੰਗਰ ਆਪਣੇ ਜ਼ਰੂਰ ਲਾਉਣੇ ਆ। ਜੇਲ੍ਹਾਂ 'ਚ ਜਾਣ ਦਾ ਜਿਹੜਾ ਵੱਡੇ ਪੱਧਰ ਤੇ ਇੱਕ ਤਿਆਰੀ ਕਰਨੀ ਚਾਹੀਦੀ ਹੈ। ਉਹਦੇ ਨਾਲ ਇੱਕ ਬਿਨਾਂ ਬਹੁਤਾ ਐਸਕੇਲੇਸ਼ਨ ਤੋਂ, ਬਿਨਾਂ ਬਹੁਤਾ ਟਕਰਾਅ ਵਾਲੀ ਪ੍ਰਸਥਿਤੀ ਬਣੇ ਤੋਂ ਅਸੀਂ ਆਪਣੀ ਮੂਵਮੈਂਟ ਨੂੰ ਇੱਕ ਨਵਾਂ ਮੋੜ ਵੀ ਦੇ ਪਾਵਾਂਗੇ ਔਰ ਇੱਕ ਉਹਦੇ ਵਿੱਚ ਨਵੀਂ ਰੂਹ ਵੀ ਫੂਕ ਪਾਵਾਂਗੇ। ਹਾਂਜੀ ਜੀ, ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ ਸਾਡੇ ਨਾਲ ਇਸ ਮੁੱਦੇ ਤੇ ਜੁੜਨ ਲਈ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਸਾਨੀ ਅੰਦੋਲਨ ਤੇ ਖਾਸ ਤੌਰ ਤੇ ਜਿਹੜਾ ਵੱਡਾ ਸੁਨੇਹਾ ਦਿੱਤਾ ਹੈ ਕਿ ਇਸ ਵੇਲੇ ਕੇਂਦਰ ਜਿਸ ਤਰੀਕੇ ਨਾਲ ਟਕਰਾਅ ਦੀ ਨੀਤੀ ਤੇ ਚੱਲ ਰਿਹਾ ਹੈ ਤੇ ਕਿਸਾਨੀ ਅੰਦੋਲਨ ਨੂੰ ਭੰਨਣ ਲਈ ਵੱਖ-ਵੱਖ ਹਥਿਆਰ ਅਪਣਾ ਰਿਹਾ ਹੈ, ਸਭ ਤੋਂ ਵੱਡਾ ਜਿਹੜਾ ਹੈਗਾ ਕਿਸਾਨੀ ਅੰਦੋਲਨ ਲਈ ਮੌਕਾ ਹੈ ਕਿ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇ। ਇਹੀ ਜਵਾਬ ਹੈ ਕੇਂਦਰ ਦੀਆਂ ਨੀਤੀਆਂ ਦੇ ਵਿਰੁੱਧ। ਇਹਨਾਂ ਮੁੱਦਿਆਂ ਤੇ ਪੰਜਾਬੀ ਲੈਣਗੇ ਫੈਸਲਾ। ਇਸ ਮਾਮਲੇ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦਾ ਧੰਨਵਾਦੀ ਹੈ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।